ਕੀ ਮਾਮਲਤ ਕਿਸ ਤਰ੍ਹਾਂ ਬਣ ਗਿਆ? ਸਰ ਡਿਊਟੀ ਤੇ ਜਾ ਰਹੇ ਹੈਗੇ ਸਾਂ। ਰਸਤੇ 'ਚ ਬੱਚੇ ਹੈਗੇ ਸੀਗੇ, ਉਹਨਾਂ ਦੀ ਸਾਈਡ ਲੱਗੀ ਹੈਗੀ ਹੈ ਤੇ ਮੈਂ ਡਿੱਗ ਪਿਆ ਹੈਗਾ ਤੇ ਆਪਣਾ ਲੱਤ ਜਿਹੜੀ ਨਾ ਉਹ ਫ੍ਰੈਕਚਰ ਹੋ ਗਈ ਹੈ। ਤੇ ਜ਼ਾਹਰ ਵਾਹਦ ਕਫੀਲ ਹੈਗਾ ਘਰ ਦਾ, ਇਕੱਲਾ ਕਮਾਉਣ ਵਾਲਾ ਹੈਗਾ। ਤੇ ਬਾਕੀ ਇਲਾਜ ਵਗੈਰਾ ਇਹਦਾ ਇੱਕ ਵਾਰੀ ਕਰਵਾਇਆ ਹੈਗਾ ਸੀ ਸਰਵਿਸ ਹਸਪੀਟਲ ਤੋਂ, ਲੇਕਿਨ ਉਹ ਇੱਕ ਵਾਰੀ ਡਾਕਟਰਾਂ ਨੇ ਦੁਬਾਰਾ ਚੈੱਕ ਕਰਵਾਇਆ, ਲੇਕਿਨ ਉਹਨਾਂ ਕਿਹਾ ਵੀ ਹਾਲੇ ਹੱਡੀ ਸਹੀ ਨਹੀਂ ਬੈਠੀ, ਇਹ ਦੁਬਾਰਾ ਆਪਰੇਸ਼ਨ ਕਰਨਾ ਪਏਗਾ। ਇਹ ਤਕਰੀਬਨ ਕੋਈ ਆਪਰੇਸ਼ਨ ਦਾ ਤਕਰੀਬਨ ਕੋਈ 60-70 ਹਜ਼ਾਰ ਰੁਪਈਆ ਉਹਨਾਂ ਕਿਹਾ ਹੈਗਾ ਸੀ। ਕੋਈ ਘਰ ਰਿਸ਼ਤੇਦਾਰ ਭੈਣ ਭਰਾ ਨਹੀਂ ਆਇਆ ਕੋਈ? ਰਿਸ਼ਤੇਦਾਰ ਸਰ ਤੁਸੀਂ ਆਪ ਬਿਹਤਰ ਸਮਝਦੇ ਹੋ, ਅੱਜ ਕੱਲ੍ਹ ਹਰ ਬੰਦਾ ਮਹਿੰਗਾਈ ਦੇ ਦੌਰ 'ਚ ਹਰ ਬੰਦਾ ਪਰੇਸ਼ਾਨ ਹੈਗਾ ਆਪੋ ਆਪਣੇ ਘਰ ਵਾਲਾ। ਤੇ ਇਸ ਲਈ ਬਸ ਭਰਾਵਾਂ ਅੱਗੇ ਰਿਕੁਐਸਟ ਹੀ ਹੈਗੀ ਹੈ ਕਿ ਜੋ ਹੋ ਸਕੇ ਜ਼ਰਾ ਮਿਹਰਬਾਨੀ ਤੁਹਾਡੀ। जी बिस्मिल्लाहिर्रहमानिर्रहीम। सारा बंदों के साथ मैं हूँ खान अली। ये मेरा एक वीर है, मेरा भाई है। रोड एक्सीडेंट ਦੇ ਵਿੱਚ ਇਹਦੀ ਲੱਤ ਜਿਹੜੀ ਹੈ ਇਸ ਮੇਰੇ ਵੀਰ ਦੀ ਫ੍ਰੈਕਚਰ ਹੋ ਗਈ ਹੈ। ਘਰ ਦਾ ਸਰਬਰਾ ਹੈ। ਉਸੇ ਮੇਰੇ ਵੀਰ ਦੇ ਭਾਈ ਦੇ 5 ਬੱਚੇ ਨੇ ਤੇ ਘਰ ਦਾ ਜਿੰਨਾ ਵੀ ਨਿਜ਼ਾਮ ਹੈ ਇਸ ਮੇਰੇ ਵੀਰ ਦੇ ਸਿਰ ਤੇ। 1 ਮਹੀਨਾ ਹੋ ਗਿਆ ਮੇਰਾ ਵੀਰ 4 ਪਈ ਤੇ ਪਿਆ ਹੈ। ਅਗਰ ਮੁਸਲਮਾਨ ਦੇ ਕੰਮ ਨਹੀਂ ਆਏਗਾ ਤੇ ਕਿਤੇ ਫਿਰ ਕੰਮ ਆਏਗਾ। ਨੇਕੀ ਹੈ, ਬੜੀ ਵੱਡੀ ਨੇਕੀ ਹੈ। ਕਿਸੇ ਦਰਦਮੰਦ ਦੀ ਹੈਲਪ ਕਰਨਾ, ਮਦਦ ਕਰਨਾ। ਤੇ ਇਸ ਵੀਰ ਨੇ ਸਾਨੂੰ ਜਿਹਦੇ ਕੋਲ ਵੀ ਨੰਬਰ ਲੈ ਕੇ ਸਾਨੂੰ ਫੋਨ ਕੀਤਾ, ਇਹਦੇ ਤੱਕ ਅਸੀਂ ਪਹੁੰਚੇ, ਇਹਦੇ ਤੱਕ ਅਸੀਂ ਆਏ ਹਾਂ। ਚੰਦ ਮਿੰਟ ਦੀ ਵੀਡੀਓ ਦੁਆ ਕਰਨੀ ਹੈ ਇਸ ਵੀਰ ਅੱਗੇ। ਛੋਟੇ ਛੋਟੇ ਉਹਦੇ ਬੱਚੇ ਨੇ ਤੇ ਜਦੋਂ ਘਰ ਦਾ ਸਰਬਰਾ 4 ਪਈ ਤੇ ਪੈ ਜੇ ਤੇ ਛੋਟੇ ਛੋਟੇ ਬੱਚੇ ਖਾਣ ਨੂੰ ਹੋਣ ਤੇ ਬੜੇ ਮਾਮਲਤ ਖਰਾਬ ਹੁੰਦੇ ਨੇ। ਇਹ ਵੀਡੀਓ ਵਿੱਚ ਸਮਝਦਾਰ ਲੋਕਾਂ ਵਾਸਤੇ, ਜਿਹੜੇ ਸਮਝਦਾਰ ਲੋਕ ਨੇ, ਅਕਲਮੰਦ ਲੋਕ ਨੇ, ਗੱਲ ਨੂੰ ਸਮਝਦੇ ਨੇ, ਜਿਨ੍ਹਾਂ ਤੇ ਜ਼ਿੰਮੇਦਾਰੀਆਂ ਨੇ, ਇਹ ਉਹਨਾਂ ਲੋਕਾਂ ਵਾਸਤੇ ਵੀਡੀਓ ਵੇ। ਤੇ ਲਾਜ਼ਮਨ ਦੇਖਿਆ ਜੀ, ਇਸ ਵੀਰ ਵਾਸਤੇ ਦੁਆ ਕਰਿਆ ਜੀ। ਜੀ अस्सलाम वालेकुम जी। ਵਾਲੇਕੁਮ ਸਲਾਮ। ਕੀ ਨਾਂ ਹੈ ਆਪਣਾ? ਮੇਰਾ ਨਾਮ ਸ਼ਬਾਜ਼ ਹੈ। ਸ਼ਬਾਜ਼ ਭਾਈ, ਦੇਖੋ ਇਹ ਹਾਲ ਦੇਖ ਕੇ ਨਾ, ਜਦੋਂ ਤੁਹਾਡੇ ਬੱਚੇ ਨੇ ਛੋਟੇ ਛੋਟੇ ਜੀ ਤੇ ਜਿਸ ਤਰ੍ਹਾਂ ਤੁਸੀਂ ਮੈਨੂੰ ਦੱਸਿਆ 1 ਮਹੀਨੇ ਤੋਂ ਤੁਸੀਂ ਪਏ ਹੋ, ਕੀ ਮਾਮਲਤ ਕਿਸ ਤਰ੍ਹਾਂ ਬਣ ਗਿਆ? ਸਰ ਡਿਊਟੀ ਤੇ ਜਾ ਰਹੇ ਹੈਗੇ ਸਾਂ। ਰਸਤੇ 'ਚ ਬੱਚੇ ਹੈਗੇ ਸੀਗੇ, ਉਹਨਾਂ ਦੀ ਸਾਈਡ ਲੱਗੀ ਹੈਗੀ ਹੈ ਤੇ ਮੈਂ ਡਿੱਗ ਪਿਆ ਹੈਗਾ ਤੇ ਆਪਣਾ ਲੱਤ ਜਿਹੜੀ ਨਾ ਉਹ ਫ੍ਰੈਕਚਰ ਹੋ ਗਈ ਹੈਗੀ। ਤੇ ਜ਼ਾਹਰ ਵਾਹਦ ਕਫੀਲ ਹੈਗਾ ਘਰ ਦਾ, ਇਕੱਲਾ ਕਮਾਉਣ ਵਾਲਾ ਹੈਗਾ। ਤੇ ਬਾਕੀ ਇਲਾਜ ਵਗੈਰਾ ਇਹਦਾ ਇੱਕ ਵਾਰੀ ਕਰਵਾਇਆ ਹੈਗਾ ਸੀ ਸਰਵਿਸ ਹਸਪੀਟਲ ਤੋਂ, ਲੇਕਿਨ ਉਹ ਇੱਕ ਵਾਰੀ ਡਾਕਟਰਾਂ ਨੇ ਦੁਬਾਰਾ ਚੈੱਕ ਕਰਵਾਇਆ, ਲੇਕਿਨ ਉਹਨਾਂ ਕਿਹਾ ਵੀ ਹਾਲੇ ਹੱਡੀ ਸਹੀ ਨਹੀਂ ਬੈਠੀ, ਇਹ ਦੁਬਾਰਾ ਆਪਰੇਸ਼ਨ ਕਰਨਾ ਪਏਗਾ। ਇਹ ਤਕਰੀਬਨ ਕੋਈ ਆਪਰੇਸ਼ਨ ਦਾ ਤਕਰੀਬਨ ਕੋਈ 60-70 ਹਜ਼ਾਰ ਰੁਪਈਆ ਉਹਨਾਂ ਕਿਹਾ ਹੈਗਾ ਸੀ। ਤੇ ਬਾਕੀ ਤੁਹਾਡੀ ਮਿਹਰਬਾਨੀ ਹੈ ਜੀ, ਤੁਹਾਨੂੰ ਮੈਂ ਕਾਲ ਕੀਤੀ ਹੈ, ਤੁਸੀਂ ਆਏ ਹੋ ਤੇ ਹੈਲਪ ਕਰ ਰਹੀ ਹੈ, ਤੁਹਾਡੀ ਮਿਹਰਬਾਨੀ ਹੈਗੀ। ਦੇਖੋ ਜੀ, ਹੈਲਪ ਅੱਲਾ ਸੋਨੇ ਨੇ ਕਰਨੀ ਹੈ, ਜੀ ਜੀ ਮਦਦ ਵੀ ਬਿਲकुल ਅੱਲਾ ਸੋਨੇ ਬਿਲकुल ਨੇ ਇਸ ਤਰ੍ਹਾਂ ਕਰਨੀ ਹੀ ਹੈ। ਉਹ ਆ ਜੀ, ਬੈਠਾ ਹੈ। ਬਸ ਇੱਕ ਜ਼ਰੀਆ ਬਣ ਜਾਂਦਾ ਨਾ ਜੀ, ਰੱਬ ਜ਼ਰੀਆ ਬਣਾ ਕੇ ਭੇਜ ਦਿੰਦਾ ਹੈਗਾ। ਹੋਰ ਵੀ ਦੇਖੋ ਮਸਲ ਡਾਕਟਰ ਹੁਣ 70,000 ਰੁਪਈਆ, 60-70 ਹਜ਼ਾਰ ਰੁਪਈਆ ਮੰਗ ਰਹੇ ਨੇ ਕਿ ਜੀ ਜੀ ਦੁਬਾਰਾ ਆਪਰੇਟ ਹੋਵੇਗਾ। ਜੀ ਜੀ ਮਸਲ ਕੋਈ ਮੈਡੀਸਨ ਵੀ ਫਿਰ ਚੱਲਣੀ ਹੈ, ਜ਼ਾਹਰ ਹੈ ਜੀ ਆਪਰੇਟ ਤੋਂ ਜੀ ਬਾਅਦ ਜ਼ਾਰੀ ਗੱਲ ਮੈਡੀਸਨ ਵੀ ਚੱਲਣੀ ਹੈ। ਜੀ ਫਿਰ ਉਹ ਕੋਈ 10-20 ਹਜ਼ਾਰ ਰੁਪਏ ਦੀ ਉਹ ਮੈਡੀਸਨ ਵੀ ਹੈ। ਜੀ ਸਾਰੀ ਗੱਲ ਇਸ ਤਰ੍ਹਾਂ ਹੀ ਹੈਗੀ ਹੈ। ਹੁਣ ਜਿਹੜੀ ਉਹਨਾਂ ਮੈਡੀਸਨ ਲਿਖ ਕੇ ਦਿੱਤੀ ਸੀ ਨਾ ਜੀ, ਇਹ ਤਕਰੀਬਨ ਕੋਈ 15 ਦਿਨਾਂ ਦੀ 8,000 ਰੁਪਏ ਦੀ ਮੈਡੀਸਨ ਹੈਗੀ ਹੈ, ਜਿਹੜਾ ਇਸ ਟਾਈਮ ਮਤਲਬ ਕਿ ਲੋਕਾਂ ਕੋਲ ਫੜਾ ਕੇ ਜਿਹੜਾ ਥੋੜ੍ਹਾ ਬਹੁਤਾ ਆਪਣਾ ਮੈਡੀਸਨ ਦਾ ਗੁਜ਼ਾਰਾ ਕਰਾ ਕੋਈ ਰਹੇ। ਰਿਸ਼ਤੇਦਾਰ ਭੈਣ ਭਰਾ ਨਹੀਂ ਆਇਆ ਕੋਈ? ਰਿਸ਼ਤੇਦਾਰ ਸਰ ਤੁਸੀਂ ਆਪ ਬਿਹਤਰ ਸਮਝਦੇ ਹੋ, ਅੱਜ ਕੱਲ੍ਹ ਹਰ ਬੰਦਾ ਮਹਿੰਗਾਈ ਦੇ ਦੌਰ 'ਚ ਹਰ ਬੰਦਾ ਪਰੇਸ਼ਾਨ ਹੈਗਾ ਆਪੋ ਆਪਣੇ ਘਰ ਵਾਲਾ। ਤੇ ਇਸ ਲਈ ਬਸ ਭਰਾਵਾਂ ਅੱਗੇ ਰਿਕੁਐਸਟ ਹੀ ਹੈਗੀ ਹੈ ਕਿ ਜੋ ਹੋ ਸਕੇ ਜ਼ਰਾ ਮਿਹਰਬਾਨੀ ਤੁਹਾਡੀ। ਜ਼ਾਹਰੀ ਘਰ ਦੇ ਤੁਸੀਂ ਹੀ ਇੱਕ ਜੀ ਜੀ ਬਿਲਕੁਲ ਮਾਸ਼ਾਅੱਲਾ। ਕਮਾਨ ਵਾਲੇ ਹੋ। ਜੀ ਮਾਸ਼ਾਅੱਲਾ 5 ਬੱਚੇ ਹੈਗੇ ਨੇ, ਮੈਂ ਹੀ ਕਮਾਉਣ ਵਾਲਾ ਹੈਗਾ ਸਾਂ ਤੇ ਬਸ ਸੱਟ ਉਹ ਲੱਗ ਰੋਟੀ ਗਈ ਦਾ ਹੈ ਫਿਰ ਕਿਵੇਂ ਜੀ। ਸਰਕਟ ਚੱਲ ਰਿਹਾ? ਬਸ ਅੱਲਾਹ ਪਾਕ ਚਲਾਈ ਆ ਰਿਹਾ ਜੀ, ਸ਼ੁਕਰ ਅਲਹਮਦੁਲਿਲਾ, ਬਸ ਥੋੜਾ ਗੁਜ਼ਾਰਾ ਹੋ ਰਿਹਾ ਹੈਗਾ, ਸ਼ੁਕਰ ਹੈ ਮਾਲਕ ਦਾ। ਰੈਸ਼ ਕਿਰਾਏ ਤੇ ਵੀ? ਜੀ ਜੀ ਰੈਸ਼ ਕਿਰਾਏ ਤੇ। ਨੌਕਰੀ ਕੀ ਕਰਦੇ ਹੋ ਤੁਸੀਂ? ਨੌਕਰੀ ਮੈਂ ਗਾਰਡ ਦੀ ਡਿਊਟੀ ਕਰਦਾ ਹਾਂ। ਕਿੰਨੀ ਸੈਲਰੀ ਸੀ ਤੁਹਾਡੀ? ਮੇਰੀ 40,000 ਰੁਪਈਆ ਸੈਲਰੀ। ਅੱਛਾ ਗੁਜ਼ਾਰਾ ਹੋ ਰਿਹਾ ਸੀ? ਜੀ ਸ਼ੁਕਰ ਅਲਹਮਦੁਲਿਲਾ, ਪਹਿਲੇ ਅੱਛਾ ਗੁਜ਼ਾਰਾ ਹੋ ਰਿਹਾ ਸੀ, ਲੇਕਿਨ ਮਹੀਨਾ ਇੱਕ ਹੋ ਗਿਆ ਪੂਰਾ ਹੀ ਸੱਟ ਲੱਗਣ ਨਾਲ। ਉਹ ਤਕਰੀਬਨ ਕੋਈ 20 ਤੋਂ 30 ਹਜ਼ਾਰ ਰੁਪਈਆ ਉਹ ਜਿਹੜੇ ਮਤਲਬ ਕਿ ਆਪਰੇਸ਼ਨ ਦੇ ਦੌਰਾਨ ਹੋਏ ਨੇ ਜਾਂ ਕੋਈ ਮੈਡੀਸਨ ਲੈ ਕੇ ਖਾਧੀ ਹੈ,
ਉਹ ਵੀ ਕੋਈ ਸਿਰ ਤੇ ਚੜ ਗਏ ਨੇ, ਬਾਕੀ ਕੋਈ ਕਿਰਾਏ ਭਾੜੇ ਵੀ ਤੁਹਾਨੂੰ ਪਤਾ, ਰਾਸ਼ਨ ਕਰਜ਼ਾ ਵਗੈਰਾ, ਵਗੈਰਾ ਵੀ ਹਾਂਜੀ ਚੜ ਗਿਆ, ਕਰਜ਼ਾ ਸੋ ਵੀ, ਮਾਮਲਾ। ਹਾਂਜੀ ਹਾਂਜੀ ਬਿਲਕੁਲ। ਤੇ ਬਸ ਹੁਣ ਅਸੀਂ ਹੈ। ਕੀ ਕਰ ਸਕਨੇ ਆ ਤੁਹਾਡੇ ਹੱਥੇ ਸ਼ਬਾਦ ਬਈ, ਕਿੰਨੇ ਕੁ ਪੈਸੇ ਹੋਣ ਕਿ ਜਿਹੜਾ ਸਹੀ ਤੁਹਾਡਾ ਨਿਜ਼ਾਮ ਚੱਲ ਜਾਏਗਾ? ਦੇਖੋ ਜੀ 70,000 ਰੁਪਈਆ ਤਾਂ ਉਹਨਾਂ ਡਾਕਟਰਾਂ ਕਿਹਾ ਹੈਗਾ, ਜਿਹੜਾ ਮਤਲਬ ਕਿ ਆਪਰੇਸ਼ਨ ਦਾ ਉਹਨਾਂ ਲੈਣਾ ਹੈਗਾ। ਬਾਕੀ ਕੋਈ ਮੈਡੀਸਨ ਦਾ ਵੀ ਹੈਗਾ, ਕੋਈ 30-40 ਹਜ਼ਾਰ ਰੁਪਏ ਦੀ ਤੁਹਾਨੂੰ ਪਤਾ ਕੋਈ 2 ਮਹੀਨਿਆਂ 'ਚ ਕੋਈ ਮੈਡੀਸਨ ਆ ਜਾਏਗੀ। ਉਹਨਾਂ ਦਾ ਤਕਰੀਬਨ ਹੁਣ ਵੀ ਆਪਰੇਸ਼ਨ ਕਰਵਾ ਕੇ ਆਏ ਸਾਂ, ਉਹਨਾਂ ਤਕਰੀਬਨ ਕੋਈ 3 ਮਹੀਨੇ ਦਾ ਉਹਨਾਂ ਟਾਈਮ ਦਿੱਤਾ ਸੀਗਾ। ਉਹਨਾਂ ਕਿਹਾ 3 ਮਹੀਨੇ ਤੋਂ ਪਹਿਲੇ ਇਹ ਜਿਹੜਾ ਅਸੀਂ ਸ਼ਿਕੰਜਾ ਪਾਇਆ ਇਹ ਨਹੀਂ ਅਸੀਂ ਕੱਢਣਾ ਹੈਗਾ। ਠੀਕ ਹੈ, 3 ਮਹੀਨੇ ਤੋਂ ਬਾਅਦ ਸਰ ਉਹ ਤੁਹਾਨੂੰ ਪਤਾ ਫਿਰ ਆਪਣਾ 70,000 ਰੁਪਈਆ ਤਾਂ ਐਸੇ ਤਾਂ ਸਿੱਧਾ ਉਹਨਾਂ ਹੀ ਲੈ ਲੈਣਾ ਆਪਰੇਸ਼ਨ ਦਾ। ਬਾਕੀ ਜਿਹੜਾ ਕੋਈ ਆਪਣਾ ਥੋੜ੍ਹਾ ਬਹੁਤਾ ਕੋਈ ਹੈਲਪ ਜਿਹੜੀ ਉਹ ਆਪਣਾ ਖਾਣ ਪੀਣ 'ਚ ਕੋ ਆ ਜਾਏਗੀ। ਇਹ ਵੀਰ ਹੈ ਮੇਰਾ ਭਾਈ ਹੈ, ਛੋਟਾ ਵੀਰ ਹੈ। ਐਕਸੀਡੈਂਟ ਦਾ ਇਹ ਮਾਮਲਤ ਖਰਾਬ ਹੋਏ ਨੇ, 70,000 ਰੁਪਇਆ ਡਾਕਟਰ ਮੰਗ ਰਹੇ ਨੇ, ਕੁਛ ਮੈਡੀਸਨ ਦਾ ਖਰਚਾ ਹੈ। ਜਿੰਨੇ ਦੋਸਤ ਇਹ ਸਮਝਦਾਰ ਬੈਠੇ ਨੇ ਦੇਖਣ ਵਾਲੇ, ਜਿਨ੍ਹਾਂ ਨੂੰ ਅੱਲਾਹ ਤਾਲਾ ਨੇ ਬੜਾ ਨਵਾਜ਼ਿਆ, ਦੇਖ ਰਹੇ ਨੇ, ਅਪੀਲ ਹੈ ਸਾਰੇ ਦੋਸਤਾਂ ਅੱਗੇ ਕਿ ਇੱਕ ਘਰ ਦਾ ਇਹ ਕਫਾਲਤ ਕਰਨ ਵਾਲਾ ਸ਼ਖਸ 4 ਰੁਪਏ ਤੇ ਪਿਆ ਹੈ, ਬਹੁਤ ਮਜਬੂਰ ਹੈ। ਹੁਣ ਤੇ ਉਹ ਵਿਚਾਰਾ ਰੋ ਨਹੀਂ ਸਕਦਾ, ਕਿਹਦੇ ਅੱਗੇ ਰੋਵੇ, ਕੀ ਕਵੇ। ਨਾਲ ਉਹਨਾਂ ਦੀ ਵਾਈ ਬੈਠੀ ਹੈ, ਇੱਕ ਇਹ ਬੱਚਾ ਹੈ, ਬਕਾਇਆ ਬੱਚੇ ਦੇ ਸੁੱਤੇ ਨੇ। ਰਾਤ ਦੇ 11 ਦਾ ਟਾਈਮ ਹੈ, 11 ਵਜੇ ਇਸ ਭਾਈ ਦੇ ਕੋਲ ਅਸੀਂ ਗੁਜਰਾਂਵਾਲੇ ਤੋਂ ਲਾਹੌਰ ਚੱਲ ਕੇ ਆਏ ਹਾਂ। ਤੇ ਜ਼ਾਹਰ ਹੈ ਮਜਬੂਰ ਹੈ, ਪਰੇਸ਼ਾਨ ਹੈ। ਤੇ ਜਦੋਂ ਆਪਣੇ ਰਿਸ਼ਤੇਦਾਰਾਂ ਦੇ ਕੋਲ ਵੀ ਨਾ ਹੋਣ ਤੇ ਫਿਰ ਕੀ ਕਰੇ ਕਿ ਜਦੋਂ ਇੱਕ ਬੰਦਾ ਕਿਰਾਏ ਤੇ ਵੀ। ਤੇ ਗੁਜ਼ਾਰਿਸ਼ ਹੈ ਸਾਰੇ ਵੀਰਾਂ ਅੱਗੇ, ਭਰਾਵਾਂ ਅੱਗੇ, ਜਿੰਨੇ ਵੀਰ ਦਿਖਣ ਦੇ ਨੇ, ਇਸ ਵੀਰ ਦੀ ਮਦਦ ਕਰਨੀ ਹੈ ਅੱਲਾ ਸੋਨੇ ਦੀ ਰਜ਼ਾ ਸੇ। ਛੋਟਾ ਵੀਰ ਹੈ, ਛੋਟਾ ਭਾਈ ਹੈ, ਮੁਸਲਮਾਨ ਹੈ। ਮੁਸਲਮਾਨ ਦਾ ਕੰਮ ਹੈ ਕਿ ਇੱਕ ਦੂਸਰੇ ਮੁਸਲਮਾਨ ਦੀ ਮਦਦ ਕਰਨਾ। ਰਾਜ਼ੀ ਅੱਲਾ ਸੋਨੇ ਨੂੰ ਕਰਨਾ ਹੈ, ਬੰਦੇ ਨੂੰ ਇਹਨੂੰ ਰਾਜ਼ੀ ਨਹੀਂ ਕਰਨਾ, ਇਸ ਵੀਰ ਨੂੰ ਨਹੀਂ ਰਾਜ਼ੀ ਕਰਨਾ, ਅੱਲਾ ਸੋਨੇ ਨੂੰ ਰਾਜ਼ੀ ਕਰਨਾ ਹੈ। ਤੁਹਾਡੀ ਤਜਾਰਤ ਹੈ ਅੱਲਾ ਸੋਨੇ ਦੇ ਨਾਲ, ਇਸ ਬੰਦੇ ਨਾਲ ਤੁਹਾਡੀ ਕੋਈ ਗੱਲ ਨਹੀਂ, ਤੁਹਾਡੀ ਗੱਲ ਹੈ ਅੱਲਾ ਨਾਲ। ਤੇ ਵੀਰ ਇਹ ਮੁਸ਼ਕਲ ਹਾਲਾਤ ਵਿੱਚ, ਮੁਸ਼ਕਲ ਹਾਲਾਤ ਵਿੱਚ ਅਗਰ ਤੁਸੀਂ ਸਾਥ ਦੇ ਦੋਗੇ, ਸਾਰੀ ਜ਼ਿੰਦਗੀ ਦੀ ਦੁਆ ਹੈ, ਸਾਰੀ ਜ਼ਿੰਦਗੀ ਦੀ ਨੇਕੀ ਹੈ। ਤੇ ਜਿੰਨੇ ਵੀਰ ਭਰਾ ਮੇਰੇ ਨਾਲ ਜੁੜੇ ਨੇ, ਲਾਜ਼ਮਨ ਇਸ ਵੀਰ ਦੀ ਮਦਦ ਕਰ ਰਿਹਾ ਜੀ ਅੱਲਾ ਸੋਨੇ ਦੀ ਰਜ਼ਾ ਸੇ। ਔਰ ਵੀਡੀਓ ਨੂੰ ਮੇਰੇ ਅਫੀਸ਼ੀਅਲ ਪੇਜ ਤੇ ਲਾਜ਼ਮਨ ਸ਼ੇਅਰ ਕਰੇ। ਪਾਕਿस्तान जिंदाबाद।